ਮਲਕੀਤ ਜੀ ਆਰੋਪ ਲੱਗ ਰਹੇ ਹੈ ਕਿ ਜਿਹੜੇ ਉੱਪਰ ਬਾਥਰੂਮ ਦੇ ਵਿੱਚ ਜਿਹੜੀਆਂ ਦਵਾਈਆਂ ਸੀ ਉਹ ਤੁਹਾਡੇ ਕੋਲ ਰਖਵਾਈਆਂ ਗਈਆਂ ਸੀ, ਤੁਹਾਡੇ ਕਰਕੇ ਤੁਸੀਂ ਮੋਟਾ ਪੈਸਾ ਆਪ ਕਮਾਇਆ ਤੇ ਜਨ ਔਸ਼ਧੀ ਘਾਟੇ ਕਰਕੇ ਤੁਹਾਡੇ ਤੇ ਗਈ ਹੈ। ਰੋਪ ਕਿੰਨੇ ਲਗਾਏ? ਰੋਪ ਕੋਈ ਹੈ? ਮੇਰਾ ਕੰਮ ਹੀ ਡਾਟਾ ਐਂਟਰੀ ਆਪਰੇਟਰ, ਕੰਪਿਊਟਰ ਦਾ ਕੰਮ, ਮੇਰਾ ਅਕਾਊਂਟ ਦਾ ਕੰਮ ਹੈ। ਦਵਾਈਆਂ ਬਾਰੇ ਨੌਲੇਜ ਨਹੀਂ ਮੈਨੂੰ। ਜਨ ਔਸ਼ਧੀ ਘਾਟੇ 'ਚ ਕਿਉਂ ਗਈ? ਉਹ ਡੀ ਸਾਹਿਬ ਨੂੰ ਪੁੱਛ, ਮੈਂ ਥੋੜਾ ਇਹਦੇ ਵਰਜਨ ਦੇ ਦੇਖੋ ਜੀ, ਜਨ ਔਸ਼ਧੀ ਦਾ ਵਾਲੀਵਾਸੀ ਕੋਈ ਨਹੀਂ ਬਣਿਆ। ਜੇ ਰੈੱਡ ਕਰਾਸ ਦੇ ਅੰਡਰ ਹੀ ਤੇ ਰੈੱਡ ਕਰਾਸ ਦੇ ਅਧਿਕਾਰੀਆਂ ਨੂੰ ਜਦੋਂ ਇਹ ਘਾਟੇ ਜਾ ਰਹੀ ਸੀ ਤੇ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਵੀ ਘਾਟੇ ਕਿਉਂ ਜਾ ਰਹੀ ਆ। ਮੈਨੂੰ ਤਾਂ ਲੱਗਦਾ ਵੀ ਰੈੱਡ ਕਰਾਸ ਦੇ ਕੁਝ ਕਰਮਚਾਰੀ ਵੀ ਇਹਨਾਂ ਦੇ ਨਾਲ ਹੀ ਰਲੇ ਹੋਏ ਸੀ। ਤੁਸੀਂ ਇੱਕ ਚੀਜ਼ ਦੇਖੋ, ਵਿਚਾਰੇ ਲੋਕੀ ਇੱਥੇ ਦਿਹਾੜੀਦਾਰ ਆਉਂਦੇ, ਸਾਰਾ ਦਿਨ ਕੰਮ ਕਰਕੇ ਖੂਨ ਪਸੀਨੇ ਦੀ ਕਮਾਈ ਦੇ 200-250 ਰੁਪਏ ਕਮਾਉਂਦੇ ਆ ਤੇ ਇੱਥੇ ਆਉਂਦੇ ਉਹਨਾਂ ਕੋਲ ਜੇ 10 ਰੁਪਏ ਦੀ 200 ਰੁਪਏ ਦੇ ਲਈ ਤਾਂ ਇਸ ਤੋਂ ਵੱਡਾ ਕੋਈ ਪਾਪ ਕੋਈ ਨਹੀਂ ਹੋ ਸਕਦਾ। ਇਹ ਘੁਟਾਲਾ ਨਹੀਂ ਹੋਇਆ, ਇਹ ਪਾਪ ਹੋਇਆ। D4 न्यूज़ देख रहे तमाम दोस्तों को दीपक भंडारी का नमस्कार। हम पहुंचे हैं सिविल हॉस्पिटल में। ये देखिए, आप देख सकते हैं, ये जन औषधि केंद्र है। ये देश का पहला जन औषधि केंद्र खोला गया था। इसका मकसद था कि लोगों को सस्ती दवाइयां मुहैया कराना, लेकिन आप देख सकते हैं कि ये जन औषधि स्टोर को बंद करना पड़ा क्योंकि यहाँ पर जो काम करने वाले लोग थे वह अपनी जेबें भरते रहे और इस जन औषधि को कर्जदार कर दिया। जब बाढ़ ही खेत को खाने लगेगी तो खेत का क्या होगा। अब ये जन औषधि बंद कर दी गई है, जिसका नुकसान जो आम जनता यहाँ पर आती है उनको झेलना पड़ रहा है। आपको ये बता दें, इसका मकसद ये था, देश की ये पहली जन औषधि खोली गई थी। तब प्रोफेसर लक्ष्मीकांता चावला पंजाब की हेल्थ मिनिस्टर थी। अब कुछ दिन पहले ही हमारी ओर से ये पर्दाफाश किया गया था कि यहाँ पर जन औषधि में जो दवाइयाँ बिकनी चाहिए वो तो यहाँ पर होती नहीं है, लेकिन यहाँ पर यहीं पर जो काम करने वाले लोग हैं उन्होंने एक टॉयलेट के एक स्टोर बना रखा था टॉयलेट में, जहाँ पर दवाइयाँ स्टोर करके रखी थी। वो यहाँ पर लाकर बेचते थे, मरीजों का शोषण कर रहे थे और अपनी जेबें भर रहे थे। लाखों रुपया इनके खाते में आ चुका है। प्रशासन की ओर से 3 फार्मासिस्ट तो बर्खास्त किए जा चुके हैं, लेकिन एक जो खुद को मैनेजर बताता था, मलकीत सिंह, यहाँ पर है ऑपरेटर, वो अभी भी बैठा हुआ है। उनसे भी बात करेंगे। सिविल अस्पताल की जो एम्प्लॉइज़ वेलफेयर एसोसिएशन है, उनकी ओर से एक पत्र लिखा गया है डिप्टी कमिश्नर को कि मामले की जांच कराई जाए। हमारे साथ हैं एम्प्लॉइज़ वेलफेयर एसोसिएशन के जो प्रधान हैं अमृतसर सिविल हॉस्पिटल के राजेश शर्मा। शर्मा जी, चिट्ठी लिखनी पई है ਤੁਹਾਨੂੰ, ਉਹ चिट्ठी क्यों लिखनी पई है? ਸਰ, ਚਿੱਠੀ ਇਸ ਵਾਸਤੇ ਲਿਖਣੀ ਪਈ ਕਿਉਂਕਿ ਜਦੋਂ ਸਾਡੇ ਕੋਲ ਜਿਹੜੀ ਮੈਡੀਸਨ ਰਿਕਵਰ ਹੋਈ ਸੀ ਨਾ, ਉਹ ਤੇ ਉਸ ਤੋਂ ਬਾਅਦ ਦੇਖਣਗੇ ਵੀ ਇਹ ਜਿਹੜੀ ਮੈਡੀਸਨ ਕਿਸ ਕੰਪਨੀ ਦੀ ਹੈ, ਉਹਨਾਂ ਨੇ ਇਸ਼ੂ ਕੀਤੀ ਕਿ ਨਹੀਂ। ਉਸ ਤੋਂ ਇਲਾਵਾ ਵੀ ਆਪਣੇ ਜਿਹੜੇ ਡਾਟਾ ਐਂਟਰੀ ਆਪਰੇਟਰ ਸੀ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ, ਮੈਂ ਤੇ ਡਾਟਾ ਐਂਟਰੀ ਆਪਰੇਟਰ ਹੈਗਾ, ਮੈਨੇਜਰ ਹਾਂ, ਮੈਂ ਤਾਂ ਕਦੀ ਮੈਡੀਸਨ ਨਹੀਂ ਦਿੰਦਾ। ਪਰ ਇਹ ਤੁਸੀਂ ਚੀਜ਼ ਦੇਖੋ ਵੀ ਉੱਤੇ ਮੇਰੇ ਖਿਆਲ 1.5 ਲੱਖ ਦੀ ਮੈਡੀਸਨ ਪਈ ਹੋਣੀ, ਔਰ ਕਈਆਂ ਦੇ ਉੱਤੇ ਜਨ ਔਸ਼ਧੀ ਦਾ ਸਟਿੱਕਰ ਲੱਗਾ ਤੇ ਕਈਆਂ 'ਤੇ ਜਨ ਔਸ਼ਧੀ ਦਾ ਸਟਿੱਕਰ ਨਹੀਂ ਵੀ ਲੱਗਾ ਆ। ਇਟ ਮੀਨਸ ਹੋ ਸਕਦਾ ਵੀ ਕੁਝ ਮੈਡੀਸਨ ਉਹਨਾਂ ਨੇ ਆਪਣੇ ਲੋਕਲ ਲੈਵਲ 'ਤੇ ਪਰਚੇਜ਼ ਕੀਤੀ ਹੋਵੇ ਤੇ ਉਹ ਜਿਹੜੀ ਇਹ ਦਿੰਦੇ ਰਹੇ ਆ। ਪਰ ਇਹ ਤਾਂ ਬਿਲਕੁਲ ਜਿਹੜਾ ਆਪਣਾ ਡਾਟਾ ਐਂਟਰੀ ਆਪਰੇਟਰ ਹੈ ਵੀ ਇਹ ਡਿਨਾਈ ਕਰ ਰਿਹਾ ਵੀ ਮੈਂ ਤਾਂ, ਮੇਰਾ ਇਸ ਚੀਜ਼ ਵਿੱਚ ਕੋਈ ਰੋਲ ਨਹੀਂ। ਪਰ ਇਹ ਤਾਂ ਹਸਪੀਟਲ ਦਾ ਸਾਰਾ ਸਟਾਫ ਵੀ ਜਾਣਦਾ ਸੀ। ਮੋਸਟ ਆਫ ਦੀ ਟਾਈਮ ਜਿਹੜੇ ਮੈਡੀਸਨ ਇਹੀ ਡਿਸਪੈਂਸ ਕਰਦਾ ਸੀ। ਇੱਕ ਤਾਂ ਵੈਸੇ ਵੀ ਅਨਆਥੋਰਾਈਜ਼ਡ ਹੈ, ਦੂਸਰਾ ਐਜ਼ ਪਰ ਕਾਸਮੈਟਿਕ ਲਾ ਜਿਹੜਾ ਵਾ ਠੀਕ ਨਹੀਂ ਹੈ ਵੀ ਮੈਡੀਸਨ ਡਿਸਪੈਂਸ ਕਰਨਾ। ਦੂਸਰਾ, ਜੇ ਮੰਨ ਲਓ ਇੱਥੇ ਇੰਨਾ ਕੁਛ ਹੋਇਆ, ਇਹ ਘੁਟਾਲਾ ਨਹੀਂ ਹੋਇਆ, ਇਹ ਗਰੀਬਾਂ ਦਾ ਸ਼ੋਸ਼ਣ ਹੋਇਆ ਬੜਾ ਜ਼ਿਆਦਾ। ਔਰ ਦੇਖੋ, ਇਹ ਜਿਹੜਾ ਜਗ੍ਹਾ ਜਿਹੜੀ ਹੈ ਪ੍ਰੋਵਾਈਡ ਕੀਤੀ ਗਈ ਹਸਪੀਟਲ ਪ੍ਰੈਮਿਸਿਸ ਦੇ ਵਿੱਚ, ਇਹ ਤੇ ਸਿਵਲ ਹਸਪੀਟਲ ਦਿੱਤੀ, ਪਰ ਇਹ ਸਾਡੇ ਅੰਡਰ ਨਹੀਂ ਹੈ, ਇਹ ਤਾਂ ਡਾਇਰੈਕਟ ਰੈੱਡ ਕਰਾਸ ਦੇ ਅੰਡਰ ਹੈ। ਹਾਂ, ਜੇ 5-7 ਸਾਲ ਤੋਂ ਜਾਂ ਘਾਟੇ 'ਤੇ ਚੱਲ ਰਹੀ ਸੀ, ਉਹਨਾਂ ਦਾ ਵੀ ਫਰਜ਼ ਬਣਦਾ ਸੀ ਉਹ ਜਾ ਕੇ ਦੇਖਦੇ ਵੀ ਐਕਚੁਅਲ 'ਚ ਇਹਦੇ ਪਿੱਛੇ ਰੀਜ਼ਨ ਕੀ ਆ। ਰੀਜ਼ਨ ਇਹੀ ਆ ਵੀ ਉਹ ਖੁਦ ਆਪਣੀ ਮੈਡੀਸਨ ਰੱਖਦੇ ਰਹੇ ਆ ਤੇ ਉਹ ਜਿਹੜੇ ਦਿੰਦੇ ਰਹੇ। ਔਰ ਬੜੀ ਵਾਰੀ ਇੱਦਾਂ ਆ 90% ਇਹ ਬੰਦੇ ਨੇ ਕਦੀ ਬਿੱਲ ਹੀ ਕਿਸੇ ਨੂੰ ਨਹੀਂ ਦਿੱਤਾ, ਦੇ ਦਿੰਦੇ ਕਦੀ ਕਿਸੇ ਨੂੰ ਬਿੱਲ ਨਹੀਂ ਦਿੱਤਾ। ਤੁਸੀਂ ਦੇਖੋ ਕਿ ਗੈਰ ਕਾਨੂੰਨੀ, ਜਿਹੜਾ ਗੈਰ ਕਾਨੂੰਨੀ ਹੈ। ਤੁਸੀਂ ਇੱਕ ਚੀਜ਼ ਦੇਖੋ, ਵਿਚਾਰੇ ਲੋਕੀ ਇੱਥੇ ਦਿਹਾੜੀਦਾਰ ਆਉਂਦੇ, ਸਾਰਾ ਦਿਨ ਕੰਮ ਕਰਕੇ ਖੂਨ ਪਸੀਨੇ ਦੀ ਕਮਾਈ ਦੇ 200-250 ਰੁਪਏ ਕਮਾਉਂਦੇ ਆ ਤੇ ਇੱਥੇ ਆਉਂਦੇ ਉਹਨਾਂ ਕੋਲ ਜੇ 10 ਰੁਪਏ ਦੀ 200 ਰੁਪਏ ਦੇ ਲਈ ਤਾਂ ਇਸ ਤੋਂ ਵੱਡਾ ਕੋਈ ਪਾਪ ਕੋਈ ਨਹੀਂ ਹੋ ਸਕਦਾ। ਇਹ ਘੁਟਾਲਾ ਨਹੀਂ ਹੋਇਆ, ਇਹ ਪਾਪ ਹੋਇਆ। ਤੋ ਇਹਦੀ ਜੋ ਵੀ ਆ ਨਿਸ਼ਪਕਸ਼ ਇਹਦੀ ਜਾਂਚ ਹੋਣੀ ਚਾਹੀਦੀ ਆ। ਇਹ ਨਹੀਂ ਬਾਇਸਡ ਹੋ ਕੇ ਨਹੀਂ ਹੋਣੀ ਚਾਹੀਦੀ। ਜਿਹੜਾ ਵੀ ਇਹਦੇ ਵਿੱਚ ਕਲਪ੍ਰਿਟ ਆ ਮਤਲਬ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਦੇਖੋ, ਇਹ ਵੀ ਪਤਾ ਲੱਗਾ ਵੀ ਇਹਨਾਂ ਦੇ ਅਕਾਊਂਟਸ ਬਹੁਤ ਜ਼ਿਆਦਾ ਪੈਸੇ ਆ। ਇੱਕ 6-7 ਹਜ਼ਾਰ ਰੁਪਇਆ ਕਮਾਉਣ ਵਾਲਾ ਬੰਦਾ ਆਪਣੇ ਅਕਾਊਂਟ 'ਚ ਇੰਨੇ ਪੈਸੇ ਕਿੱਦਾਂ ਕੈਰੀ ਕਰ ਸਕਦਾ, ਇਹ ਵੀ ਇੱਕ ਜਾਂਚ ਦਾ ਵਿਸ਼ੇ ਆ। ਸ਼ਰਮਾ ਜੀ, ਤੁਹਾਡੇ ਕੋਲੋਂ ਵੀਡੀਓ ਵੀ ਤੁਹਾਡੇ ਹੱਥ ਆਈ ਹੈ, ਇੱਕ ਪ੍ਰਾਈਵੇਟ ਬੰਦਾ ਉਸੇ ਸਟੋਰ ਨੂੰ ਖੋਲ੍ਹ ਲਿਆ। ਵੀ ਪ੍ਰਾਈਵੇਟ ਲੋਕ ਇੰਨੇ ਹਾਵੀ ਹੋ ਗਏ ਸੀਗੇ ਕਿ ਐਡਮਿਨਿਸਟ੍ਰੇਸ਼ਨ ਨੂੰ ਕੁਝ ਪਤਾ ਹੀ ਨਹੀਂ। ਨਹੀਂ, ਕਿਉਂਕਿ ਐਕਚੁਅਲੀ ਇਹ ਹਸਪੀਟਲ ਅੰਡਰ ਨਹੀਂ ਹੈ, ਇਹ ਐਸਐਮ ਦੇ ਜੁਰੀਡਿਕਸ਼ਨ 'ਚ ਆਉਂਦਾ ਹੀ ਨਹੀਂ ਹੈ। ਇਹ ਤਾਂ ਸਿੱਧਾ ਡਾਇਰੈਕਟ ਰੈੱਡ ਕਰਾਸ 'ਚ ਆਉਂਦਾ ਵਾ। ਉਹ ਕਿਹੜੀਆਂ ਮੈਡੀਸਨ ਖਰੀਦ ਰਿਹਾ, ਕਿਸੇ ਨੂੰ ਕੀ ਡਿਸਪੈਂਸ ਕਰ ਰਿਹਾ, ਇਹ ਐਸਐਮ ਦਾ ਨਹੀਂ ਪਤਾ। ਹੁਣ ਤੁਸੀਂ ਨਾਲ ਹੀ ਦੇਖ ਲਓ, ਸਾਡੇ 100 ਨੰਬਰ ਹੈ ਤੇ ਫ੍ਰੀ ਮੈਡੀਸਨ ਮਿਲਦੀ ਆ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ। ਕੋਈ ਬੰਦਾ ਕਹੇ ਵੀ ਇੱਥੇ ਇਸ ਤਰ੍ਹਾਂ ਦਾ ਕੋਈ ਕੰਮ ਹੁੰਦਾ ਹੋਵੇ, ਜਿਹੜੀ ਮਤਲਬ ਐਸਐਮ ਦੀ ਅੰਡਰ ਹੈ
ਪਾਵਰ ਦੇ ਉਹ ਦੇਖੋ ਉਹ ਚੀਜ਼ ਕੋਈ ਨਹੀਂ ਹੋ ਰਹੀ ਕਿਉਂਕਿ मैं जो चिट्ठी दिखाओगे जी लिखी है ਅਸੀਂ ਚਿੱਠੀ ਲਿਖੀ ਹੈ ਸਪੈਸ਼ਲ ਇਹ ਦੇਖੋ चिट्ठी लिखी है अभी ये देखिए इनकी ओर से डिप्टी कमिश्नर को एक पत्र लिखा गया है जिसमें लिखा है कि इन्हें ऐसे सूत्रों के अनुसार ऐसे पता चला है जो जन औषधि में जो मुलाजिम थे दवाइयाँ खरीद कर अपनी इस जन औषधि की दवाइयाँ बेचने के बजाय अपनी दवाएं बेचते थे और गरीब लोगों का खून चूस रहे थे। हमारे साथ हैं एम्प्लॉइज़ वेलफेयर एसोसिएशन के चेयरमैन राकेश शर्मा, इनसे भी बात करते हैं। शर्मा जी, ਜਦੋਂ ਇਹ ਮਾਮਲਾ ਤੁਹਾਡੇ ਧਿਆਨ 'ਚ ਆਇਆ, ਕਿਉਂਕਿ ਦੇਖੋ ਸਿਵਲ ਹਸਪੀਟਲ ਦਾ ਵੀ ਮਕਸਦ ਇਹ ਜਨ ਔਸ਼ਧੀ ਦਾ ਇਹ ਸੀਗਾ ਕਿ ਲੋਕਾਂ ਨੂੰ ਸਸਤੀ ਦਵਾਈ ਮਿਲੇ, ਤੇ ਜਨ ਔਸ਼ਧੀ ਤਾਂ ਜਿਹੜੀ ਕਰਜ਼ਾਈ ਹੋ ਗਈ ਤੇ ਕਿਸੇ ਨੇ ਧਿਆਨ ਕਿਉਂ ਨਹੀਂ ਦਿੱਤਾ? ਤੁਹਾਨੂੰ ਕੀ ਲੱਗਦਾ ਸਾਰੇ ਪ੍ਰਕਰਨ ਦੇ ਵਿੱਚ ਕਿੱਥੇ ਨਾ ਕਿੱਥੇ ਲੈਪਸਿਸ ਹੈ? ਦੇਖੋ ਜੀ, ਜਨ ਔਸ਼ਧੀ ਦਾ ਵਾਲੀਵਾਰਸੀ ਕੋਈ ਨਹੀਂ ਬਣਿਆ। ਜੇ ਰੈੱਡ ਕਰਾਸ ਦੇ ਅੰਡਰ ਹੀ ਤੇ ਰੈੱਡ ਕਰਾਸ ਦੇ ਅਧਿਕਾਰੀਆਂ ਨੂੰ ਜਦੋਂ ਇਹ ਘਾਟੇ ਜਾ ਰਹੀ ਸੀ ਤੇ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਵੀ ਘਾਟੇ ਕਿਉਂ ਜਾ ਰਹੀ ਆ। ਮੈਨੂੰ ਤਾਂ ਲੱਗਦਾ ਵੀ ਰੈੱਡ ਕਰਾਸ ਦੇ ਕੁਝ ਕਰਮਚਾਰੀ ਵੀ ਇਹਨਾਂ ਦੇ ਨਾਲ ਹੀ ਰਲੇ ਹੋਏ ਸੀ, ਜਿਨ੍ਹਾਂ ਕਰਕੇ ਸਾਰਾ ਜਿਹੜਾ ਉਹਨਾਂ ਦੀ ਨੱਕ ਤਲੇ ਹੀ ਇਹ ਘੁਟਾਲਾ ਚੱਲਦਾ ਰਿਹਾ ਵੀ ਆਪਣੀਆਂ ਦਵਾਈਆਂ ਲਿਆਂਦੀਆਂ ਤੇ ਉਦੋਂ ਵੇਚ ਲਿਆ, ਤੇ ਜਨ ਔਸ਼ਧੀ ਨੇ ਵੇਚਿਆ ਨਾ, ਆਹ ਵਾਧੇ ਚੱਲਦੇ ਰਹੇ ਤੇ ਸਰਕਾਰ ਘਾਟੇ ਚੱਲਦੀ ਰਹੀ। ਉਹ ਤੇ ਜਦੋਂ ਉੱਤੇ ਇੰਨੀਆਂ ਦਵਾਈਆਂ ਫੜੀਆਂ ਗਈਆਂ ਤੇ ਐਸਐਮਓ ਸਾਹਿਬ ਨੇ ਕਮੇਟੀ ਬਣਾਈ, ਕਮੇਟੀ ਨੇ ਹੁਣ ਲਿਸਟ ਬਣਾਈ ਆ 1.5-2 ਲੱਖ ਦੀ ਦਵਾਈ ਹੈਗੀ ਆ, ਤੇ ਚਾਹੀਦਾ ਤੇ ਇਹ ਹੀ ਅਧਿਕਾਰੀਆਂ ਨੂੰ ਵੀ ਇਹਨੂੰ ਜਾਂ ਡੀਸੀ ਸਾਹਿਬ ਨੂੰ ਜਦੋਂ ਪਤਾ ਲੱਗ ਗਿਆ ਸੀ ਵੀ ਇਹਨੂੰ ਪੁਲਿਸ ਨੂੰ ਕੇਸ ਦੇ ਦੇਣਾ ਚਾਹੀਦਾ ਸੀ, ਇਹਦੀ ਥਾਰੋ ਇਨਵੈਸਟੀਗੇਸ਼ਨ ਹੁੰਦੀ। ਇੱਕ ਪ੍ਰਾਈਵੇਟ ਮੈਨ ਉਹ ਦਵਾਈਆਂ ਉੱਥੇ ਸੈੱਟ ਕਰ ਰਿਹਾ, ਉਹ ਵੀਡੀਓ ਤੁਹਾਨੂੰ ਇਹ ਸੈਂਡ ਕਰਦੀ ਆ, ਜੇ ਕੋਈ ਮੈਂ ਵਿਖਾ ਵੀ ਸਕਦਾ, ਉਹ ਦਵਾਈਆਂ ਸੈਂਡ ਕਰ ਰਿਹਾ, ਉਹ ਇੱਥੇ ਆਂਦਾ ਸੀ, ਉਹਨੂੰ ਪਤਾ ਲੱਗਾ ਵੀ 200 ਰੁਪਈਆ ਰੋਜ਼ ਦਾ ਦਿੰਦੇ ਸੀ। ਕਿੱਥੋਂ ਦਿੰਦੇ ਸੀ? ਇਹ ਜਨ ਔਸ਼ਧੀ ਘਾਟੇ ਜਾ ਰਹੇ, 200 ਰੁਪਈਆ ਆਪਣੀ ਜੇਬ ਦਿੰਦੇ ਸੀ। 6000 ਦੀ ਤਨਖਾਹ ਵਾ ਤੇ 6000 ਜੇ ਉਹਨੂੰ ਦੇਤਾ ਤੇ ਫਿਰ ਇਹ ਕੀ ਘਰ ਖੜਦਾ ਸੀ। ਇਸ ਕਰਕੇ ਅਸੀਂ ਸੋਚਿਆ ਵੀ ਇਹਦੇ ਜਿਹੜਾ ਨਾ ਅਧਿਕਾਰੀ ਹੁਣ ਚੁੱਪਚਾਪ ਕਰਕੇ ਬਹਿ ਗਏ ਆ, ਇਹ ਮਾਮਲਾ ਦਬਣ ਦੀ ਕੋਈ ਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਕਰਕੇ ਅਸੀਂ ਇਹ ਡੀ ਸਾਹਿਬ ਨੂੰ ਲੈਟਰ ਲਿਖੀ ਆ, ਪੁਲਿਸ ਕਮਿਸ਼ਨਰ ਨੂੰ ਲਿਖੀ ਆ, ਇਹਦੀ ਪੁਲਿਸ ਜਾਂਚ ਹੋਣੀ ਚਾਹੀਦੀ, ਦਵਾਈਆਂ ਕਬਜ਼ੇ 'ਚ ਲੈ ਕੇ ਜੋ ਵੀ ਦੋਸ਼ੀ ਆ ਜਿਹੜਾ ਵੀ ਬੰਦਾ ਉਹ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਸ਼ਰਮਾ ਜੀ, ਇੱਕ ਵਾਰੀ ਸਾਡੇ ਵੱਲੋਂ ਪਹਿਲੇ ਵੀ ਪਰਦਾਫਾਸ਼ ਕੀਤਾ ਗਿਆ ਸੀਗਾ, ਦੱਸਿਆ ਗਿਆ ਸੀ ਵੀ ਕਿਸ ਤਰ੍ਹਾਂ ਜਨ ਔਸ਼ਧੀ ਦੇ ਵਿੱਚ ਮਰੀਜ਼ ਆਉਂਦੇ ਤੇ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ, ਬਿੱਲ ਨਹੀਂ ਦਿੱਤਾ ਜਾਂਦਾ, 10 ਰੁਪਏ ਦੀ ਚੀਜ਼ ਜਿਹੜੀ 50 ਰੁਪਏ ਦੀ ਮਰੀਜ਼ ਨੂੰ 50 ਰੁਪਏ ਦੀ ਵਿੱਚ 100 ਰੁਪਏ ਦੀ ਚੀਜ਼ 500 ਰੁਪਏ ਦੀ ਵੇਚੀ ਜਾ ਰਹੀ ਹੈ। ਕਿਸੇ ਨੇ ਕਮੇਟੀ ਬਣੀ, ਫਾਈਲਾਂ ਮੰਗਾਈਆਂ, ਪਰ ਜਾਂਚ ਦੇ ਨਾਂ 'ਤੇ ਲੀਪਾਪੋਤੀ ਕਰਤੀ ਗਈ, ਕਿਉਂਕਿ ਕੁਝ ਦੇਰ ਬਾਅਦ ਮਸਲੇ ਨਵੇਂ ਆ ਜਾਂਦੇ ਨੇ ਤੇ ਪੁਰਾਣੇ ਮਸਲੇ ਜਿਹੜੇ ਆ ਉਹਨਾਂ 'ਤੇ ਮਿੱਟੀ ਪੈ ਜਾਂਦੀ ਹੈ। ਕਹਾਣੀ ਹੈ ਜੀ, ਇੱਥੇ ਇੱਕ ਰੇਟ ਲਿਸਟ ਲੱਗੀ ਹੋਣੀ ਚਾਹੀਦੀ ਬਾਹਰ ਜਨ ਔਸ਼ਧੀ ਦੇ, ਵੀ ਕਿਹੜੀ ਦਵਾਈ ਅਵੇਲੇਬਲ ਤੇ ਕੀ ਰੇਟ 'ਤੇ ਆ, ਤਾਂ ਕਿ ਮਰੀਜ਼ ਇਹ 'ਤੇ ਪੜ੍ਹ ਲਵੇ ਵੀ ਕੀ ਰੇਟ 'ਤੇ ਮਿਲਣੀ ਆ। ਬਿੱਲ ਤਾਂ ਕਿਸੇ ਨੂੰ ਦਿੰਦੇ ਹੀ ਨਹੀਂ ਨਾ, ਇਹ ਤਾਂ ਗੱਲ ਪੱਕੀ ਹੈਗੀ, ਬਿੱਲ ਨਹੀਂ ਕਿਸੇ ਨੂੰ ਦਿੰਦੇ। ਜੇ ਹੁਣ ਇਹ ਘਪਲੇ ਦੀ ਜਾਂਚ ਨਹੀਂ ਹੋਈ, ਇਹਦਾ ਮਤਲਬ ਵੀ ਰੈੱਡ ਕਰਾਸ ਦਾ ਕੋਈ ਨਾ ਕੋਈ ਅਧਿਕਾਰੀ ਇਹਨਾਂ ਦੇ ਨਾਲ ਜਾਂ ਕਰਮਚਾਰੀ ਇਹਨਾਂ ਨਾਲ ਰਲਿਆ ਜਿਹੜਾ ਸ਼ੈਲਟਰ ਕਰਦਾ। ਇਹ ਗੱਲ ਪੱਕੀ ਆ ਵੀ ਇਹਨਾਂ 'ਚ ਕੋਈ ਨਾ ਕੋਈ ਰਲਿਆ ਨਾਲ ਉਹਦੇ ਤੇ ਸ਼ੈਲਟਰ ਕਰਦਾ, ਤੇ ਡੀਸੀ ਸਾਹਿਬ ਨੂੰ ਗਲਤ ਇਨਫੋਰਮੇਸ਼ਨ ਦੇ ਰਹੇ ਆ, ਸਾਰੀ ਸਹੀ ਗੱਲ ਉਹਨਾਂ ਤੱਕ ਪਹੁੰਚ ਨਹੀਂ ਰਹੀ। ਦੇਖੋ 3 ਬੰਦੇ ਤਾਂ ਬਰਖਾਸਤ ਕਰਤੇ ਗਏ ਤੇ ਉਸੇ ਬੰਦੇ ਨੂੰ ਹੀ ਡਾਟਾ ਜਿਹੜੀ ਮੈਡੀਸਨ ਦੀ ਲਿਸਟ ਬਣਾਉਣ ਨੂੰ ਕਹਿ ਦਿੱਤਾ ਗਿਆ ਤੇ ਦੱਸਿਆ ਗਿਆ, ਕਦੀ ਇਹ ਚੈਕਿੰਗ ਕੀਤੀ ਵੀ ਜਿਹੜੀ ਇਹਦੇ 'ਚ ਕੰਪਿਊਟਰ ਦੇ ਵਿੱਚ ਜਿਹੜੀਆਂ ਮੈਡੀਸਨਸ ਹੈਗੀਆਂ ਕਿਆ ਉਹੀ ਵਿਕਦੀਆਂ ਸੀ, ਉਹ ਤੇ ਜਿਹੜੀਆਂ ਉਹ ਉੱਪਰੋਂ ਫੜੀਆਂ ਗਈਆਂ ਉਹਨਾਂ ਦਾ ਆਪਸ 'ਚ ਮੇਲ ਖਾਂਦੀਆਂ ਸੀ ਨਹੀਂ ਖਾਂਦੀਆਂ ਸੀ? ਇਹ ਡਿਮਾਂਡ ਕੀਤੀ ਹੈ ਜੀ, ਜਿਹੜੀਆਂ ਆਡਿਟ ਰਿਪੋਰਟਾਂ ਗਈਆਂ ਤੇ ਕੰਪਿਊਟਰ ਸੀਜ਼ ਕਰਨਾ ਚਾਹੀਦਾ। ਕੰਪਿਊਟਰ ਨੂੰ ਸੀਜ਼ ਕਰਕੇ ਵੇਖਦੇ ਨੇ ਵੀ ਕੰਪਿਊਟਰ ਰੋਜ਼ ਆ ਕੇ ਬਹਿ ਜਾਂਦਾ ਤੇ ਕੰਪਿਊਟਰ ਨਾਲ ਖੇਡਦਾ ਰਹਿੰਦਾ, ਉਹ ਕੀ ਕਰੀ ਜਾਂਦਾ ਹੁੰਦਾ, ਆਪਣੀ ਲਿਸਟਾਂ ਸਿੱਧੀਆਂ ਕਰਨ ਡਿਆ, ਪੁੱਠੀਆਂ ਕਰਨ ਡਿਆ, ਕੀ ਕਰਨ ਡਿਆ। ਇਹ ਦੁਕਾਨ ਸੀਲ ਹੋਣੀ ਚਾਹੀਦੀ ਸੀ, ਕੰਪਿਊਟਰ ਸੀਲ ਹੋਣਾ ਚਾਹੀਦਾ ਸੀ, ਉਹ ਕੰਪਿਊਟਰ ਦੀ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਸੀ ਵੀ ਜਿਹੜੀ ਆਡਿਟ ਰਿਪੋਰਟਾਂ ਦੇ ਕੰਪਿਊਟਰ ਨਾਲ ਕੋਈ ਛੇੜਖਾਨੀ ਕਿ ਨਹੀਂ ਹੋਈ, ਤੇ ਤਦ ਇਸ ਲਈ ਸਾਹਮਣੇ ਆਊਗੀ। ਇੱਕ 7-8 ਦਿਨ ਦੀ ਪੁਲਿਸ ਨੂੰ ਚਾਹੀਦਾ ਸੀ ਡੀ ਸਾਹਿਬ ਨੂੰ ਵੀ ਇਹਦੀ ਜਿਹੜੀ ਰਿਕਾਰਡਿੰਗ ਆ ਨਾ 8-10 ਦਾ 15-20 ਦਿਨ ਦੀ ਜਿਹੜੀ ਹੈਗੀ ਆ ਉਹ ਆਪਣੇ ਕਬਜ਼ੇ 'ਚ ਲੈਂਦੇ, ਤਾਂ ਕਿ ਪਤਾ ਲੱਗਦਾ ਵੀ ਉੱਤੇ ਜਾ ਕੇ ਕੌਣ ਦਿੰਦਾ ਤੇ ਇਹਨਾਂ ਨੂੰ ਕਮਰਾ ਕਿਹਨੇ ਦਿੱਤਾ। ਬਾਥਰੂਮ ਦੇ ਵਿੱਚ ਦਵਾਈ ਦੇਣੀ, ਵੈਸੇ ਇਨਫੈਕਸ਼ਨ ਹੋ ਜਾਂਦੀ ਆ, ਇਹ ਤੇ ਮਰੀਜ਼ਾਂ ਦੀ ਜਾਨ ਨਾਲ ਵੀ ਖਿਲਵਾੜ ਹੀ ਕਰ ਰਹੇ ਸੀ ਨਾ, ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਸੀ, ਉਹਨਾਂ ਦਾ ਖੂਨ ਤੇ ਚੂਸਿਆ ਜਾ ਰਿਹਾ, ਉਹਨਾਂ ਦੇ ਵੈਸੇ ਵੀ ਜਾਨ ਨਾਲ ਖਿਲਵਾੜ ਹੋ ਰਿਹਾ ਸੀ। ਤੁਹਾਨੂੰ ਕੀ ਲੱਗਦਾ ਫਿਰ ਕੁੱਲ ਮਿਲਾ ਕੇ ਜਿਹੜਾ ਐਡਾ ਵੱਡਾ ਮਾਮਲਾ ਹੈ, ਦੇਖੋ 7 ਲੱਖ ਰੁਪਏ ਦੀ ਔਸ਼ਧੀ ਘਾਟੇ 'ਚ ਚਲੀ ਗਈ, ਕਰਜ਼ਾਈ ਹੋ ਗਿਆ, ਲੋਕਾਂ ਦਾ ਫਾਇਦਾ ਨਹੀਂ ਹੋਇਆ, ਵੀ ਇਹ ਸਾਰਾ ਕਿਤੇ ਨਾ ਕਿਤੇ ਮਾਮਲੇ 'ਚ ਗੋਲਮਾਲ ਹੈਗਾ? ਬੁਰਾ ਹੀ ਗੋਲਮਾਲ ਜੀ, ਦਾਲ ਹੀ ਕਾਲੀ ਆ, ਇਹ ਦਾਲ ਹੀ ਸਾਰੀ ਕਾਲੀ ਆ। ਇਹਦੀ ਜਾਂਚ ਹੋਣੀ ਚਾਹੀਦੀ, ਡੀ ਸਾਹਿਬ ਨੂੰ ਚਾਹੀਦਾ ਜੇ ਵੀ ਰਿਕਾਰਡਿੰਗ ਜਿਹੜੀ ਆ ਆਪਣੇ ਕਬਜ਼ੇ 'ਚ ਲੈਣ, ਕੰਪਿਊਟਰ ਜਿਹੜਾ ਸੀਲ ਕਰਨ, ਜਨ ਔਸ਼ਧੀ ਉਨਚਰ ਖੁੱਲ੍ਹਣੀ ਨਹੀਂ ਚਾਹੀਦੀ ਜਿੰਨ ਚਿਰ ਇਹਦੀ ਪੂਰੀ ਜਾਂਚ ਨਾ ਹੋ ਜੇ। ਪਤਾ ਕਰਨ ਉੱਤੇ ਇਹਨਾਂ ਨੂੰ ਕਮਰਾ ਕਿਹਨੇ ਦਿੱਤਾ, ਦਵਾਈਆਂ ਕੌਣ ਰੱਖਣ ਡਿਆ ਸੀ, ਆਹ ਜਿਹੜਾ ਬੰਦਾ ਦਵਾਈਆਂ ਅੰਦਰ ਸੈੱਟ ਕਰਨ ਡਿਆ ਇਹ ਕੌਣ ਆ, ਕਿਹਦੇ ਮਰਜ਼ੀ ਇੱਥੇ ਲੱਗਾ ਆ, ਇਹਨੂੰ ਕੌਣ ਪੈਸੇ ਦਿੰਦਾ ਸੀ। ਤੇ ਇੱਕ ਪੱਤਰਕਾਰ ਕੋਲ ਨੇ ਬਿਆਨ ਵੀ ਸਾਰੇ ਦਿੱਤੇ ਸੀ, ਹੁਣ ਮੈਨੂੰ ਲੱਗਦਾ ਵੀ ਉਹ ਪੱਤਰਕਾਰ ਸਾਹਿਬ ਗੱਲ ਨੂੰ ਘੁੱਟ ਗਏ ਆ।
ये देखिए, इनका कहना है कि ये सारे मामले की जांच होनी चाहिए कि आखिरकार इसके पीछे कौन है, कौन इन्हें शय दे रहे हैं। 3 फार्मासिस्टों को तो बर्खास्त कर दिया गया, लेकिन जो मेन कल्प्रिट है, हम उनसे बात भी करते हैं, जिसका नाम लिया जा रहा है मलकीत सिंह को मालिक यहाँ पर बन रहा है, वो उससे बात करते हैं कि आखिरकार उसको स्टोर ऊपर किसने दिया था, किसकी जो इजाज़त के साथ उसने ये दवाइयाँ स्टोर पर रखी थी। हम बात करते हैं। ये देखिए, पूरा वैसे तो जन औषधि स्टोर जो बिल्कुल खाली पड़ा हुआ है। मलकीत, क्या नाम है ਤੁਹਾਡਾ? ਮਲਕੀਤ ਸਿੰਘ। ਮਲਕੀਤ ਜੀ, ਆਰੋਪ ਲੱਗ ਰਹੇ ਹੈ ਕਿ ਜਿਹੜੇ ਉੱਪਰ ਬਾਥਰੂਮ ਦੇ ਵਿੱਚ ਜਿਹੜੀਆਂ ਦਵਾਈਆਂ ਸੀ ਉਹ ਤੁਹਾਡੇ ਕੋਲ ਰਖਵਾਈਆਂ ਗਈਆਂ ਸੀ, ਤੁਹਾਡੇ ਕਰਕੇ ਤੁਸੀਂ ਮੋਟਾ ਪੈਸਾ ਆਪ ਕਮਾਇਆ ਤੇ ਜਨ ਔਸ਼ਧੀ ਘਾਟੇ ਕਰਕੇ ਤੁਹਾਡੇ ਤੇ ਗਈ ਹੈ। ਰੋਪ ਕਿੰਨੇ ਲਗਾਏ? ਰੋਪ ਕੋਈ ਹੈ? ਮੇਰਾ ਕੰਮ ਹੀ ਡਾਟਾ ਐਂਟਰੀ ਆਪਰੇਟਰ, ਕੰਪਿਊਟਰ ਦਾ ਕੰਮ, ਮੇਰਾ ਅਕਾਊਂਟ ਦਾ ਕੰਮ ਹੈ। ਦਵਾਈਆਂ ਬਾਰੇ ਨੌਲੇਜ ਨਹੀਂ ਮੈਨੂੰ। ਨਹੀਂ, ਪਰ ਤੁਹਾਡੇ ਤੁਸੀਂ ਇੱਥੇ ਮੈਂ ਵੀ ਪਰਸੋਂ ਆਇਆ ਸੀ, ਇੱਕ ਪ੍ਰਾਈਵੇਟ ਬੰਦਾ ਤੁਹਾਡੇ ਨਾਲ ਇੱਥੇ ਮੌਜੂਦ ਸੀਗਾ, ਤੁਸੀਂ ਉਹਨੂੰ ਪੈਸੇ ਦਿੰਦੇ ਸੀ, ਉਹਦੀ ਵੀਡੀਓ ਵੀ ਸਾਡੇ ਕੋਲ ਹੈਗੀ ਹੈ ਕਿ ਮੈਂ ਕਿਸੇ ਨੂੰ ਪੈਸੇ ਨਹੀਂ ਦਿੰਦਾ, ਮੇਰਾ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ, ਮੇਰਾ ਤੇ ਕੋਈ ਪ੍ਰਾਈਵੇਟ ਬੰਦਾ। ਫਿਰ ਕੌਣ ਨੇ ਕਪਲਾ ਉੱਪਰ ਦਵਾਈਆਂ ਕਿਹਨੇ ਰੱਖੀਆਂ ਸੀਗੀਆਂ? ਫਿਰ ਉਹ ਫਾਰਮਾਸਿਸਟਾਂ ਨੂੰ ਪਤਾ ਹੋਏਗਾ, ਮੈਨੂੰ ਦਵਾਈ ਬਾਰੇ ਜਦੋਂ ਨੌਲੇਜ ਨਹੀਂ ਹੈਗੀ। ਮੈਂ ਤੁਸੀਂ ਵੀ ਇੱਥੇ ਡਾਟਾ ਆਪਰੇਟਰ ਸੀ, ਜੇ ਤੁਹਾਡੀ ਜੇ ਮੌਜੂਦਗੀ ਦੇ ਵਿੱਚ ਭਾਵੇਂ ਫਾਰਮਾਸਿਸਟ ਗਲਤ ਕੰਮ ਕਰਦਾ ਸੀ ਤੇ ਤੁਸੀਂ ਵੀ ਤਾਂ ਉਹਨੇ ਜ਼ਿੰਮੇਦਾਰ ਹੋ। ਮੌਜੂਦਗੀ 'ਚ ਕੋਈ ਫਾਰਮਾਸਿਸਟ ਕੰਮ ਗਲਤ ਨਹੀਂ ਕਰਦਾ। ਤੇ ਫਿਰ ਉੱਪਰ ਦਵਾਈਆਂ ਕਿੱਥੋਂ ਆਈਆਂ? ਉਹ ਫਾਰਮਾਸਿਸਟ ਨੂੰ ਪਤਾ ਹੋਏਗਾ ਕਿਹੜੀ। ਤੁਹਾਨੂੰ ਕੁਝ ਨਹੀਂ ਪਤਾ? ਨਹੀਂ, ਮੇਰੇ ਕੁਝ। ਮਤਲਬ ਤੁਸੀਂ ਜਿਹੜਾ ਤੁਹਾਡਾ ਕੰਪਿਊਟਰ ਦਾ ਜਨ ਔਸ਼ਧੀ ਘਾਟੇ 'ਚ ਕਿਉਂ ਗਈ? ਉਹ ਡੀ ਸਾਹਿਬ ਨੂੰ ਪੁੱਛੋ, ਮੈਂ ਥੋੜਾ ਇਹਦੇ ਵਰਜਨ ਦੇ। ਦੇਖੋ, ਤੁਸੀਂ ਆਪ ਦੁਕਾਨਦਾਰ ਹੋ, ਕੰਮ ਕਰਦੇ ਹੋ, ਤੁਹਾਡਾ ਕੋਈ ਵਪਾਰ ਘਾਟੇ 'ਚ ਜਾਂਦਾ ਪਿਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿਉਂ ਜਾ ਰਿਹਾ। ਘਾਟੇ 'ਚ ਜਾਣ ਦਾ ਮੀਨਿੰਗ ਇਹੀ ਹੈਗਾ ਹੈ ਕਿ ਕੁਝ ਦਵਾਈਆਂ ਜਿਹੜੀਆਂ ਨੇ ਹਸਪੀਟਲ ਸਪਲਾਈ ਆ ਗਈ ਹੈ, ਸਾਹਮਣੇ ਡਿਸਪੈਂਸਰੀ ਆ ਗਈ ਹੈ, ਉਹਦੇ ਕਰਕੇ ਸੇਲ, ਕੋਵਿਡ ਦੇ ਕਰਕੇ ਸੇਲ ਘਟਣ ਕਰਕੇ ਘਾਟੇ 'ਚ ਵੀ ਜਾ ਸਕਦਾ। ऐसा ਕਿਹਾ ਜਾ ਰਿਹਾ ਵੀ ਤੁਸੀਂ ਉਹ ਤੁਹਾਡਾ ਬੰਦਾ ਸੀ ਜਿਹੜਾ ਪ੍ਰਾइवेट रखा गया है ऊपर जो। ਨਹੀਂ ਸੀ ਹੈਗਾ। ਠੀਕ। ये देखिए, ये मलकीत सिंह है, इनका कहना है कि इन्हें पता नहीं है जन औषधि घाटे में क्यों गई। इसका जवाब डिप्टी कमिश्नर देंगे अगर ये जन औषधि घाटे में गई है। अब ये काम यहाँ पर ये करते हैं, क्या डिप्टी कमिश्नर को इनकी दुकान का हिसाब रखने की जिम्मेदारी भी उनके ऊपर है? ये मामले की तह तक जाना चाहिए और लोगों को ये पता लगना चाहिए आखिर कौन लोग हैं जो सरकारी अदारे में बैठकर अपनी जेबें भर रहे हैं और सरकार को नुकसान पहुंचा रहे हैं। अब देखना यह है कि मामले की लिपापोती कर दी जाती है। इनका एम्प्लॉयज़ वेलफेयर एसोसिएशन की ओर से यह भी आरोप लगाया है कि रेड क्रॉस के कुछ अधिकारी इन्हें बचाने में लगे हुए हैं और मामले पर मिट्टी डालने की कोशिश कर रहे हैं। अब आने वाला समय ही बताएगा कि जो ये मामला पकड़ा गया है, काफ़ी मशक्क़त के बाद ये मामला पकड़ा गया है, ये लोग कौन कौन जिम्मेदार हैं, ये सच सामने जनता के आएगा या नहीं, और जो लोग इसके लिए जिम्मेदार हैं उन पर कार्रवाई होगी या नहीं, ये तो आने वाला समय ही बताएगा। लेकिन हमारी भी यही मांग है सरकार से और प्रशासन से कि सच्चाई जनता के सामने आनी चाहिए, कौन लोग हैं जो सरकार को नुकसान पहुंचा रहे हैं। अमृतसर से D4 न्यूज़ के लिए दीपक भंडारी की खास रिपोर्ट।